ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਆਪਾਂ ਕੈਮਿਸਟਰੀ ਦਾ ਜਿਹੜਾ ਚੈਪਟਰ ਕਰਨਾ ਹੈ ਉਸ ਚੈਪਟਰ ਦਾ ਨਾਮ ਹੈ ਜੀ ਬੇਸਿਕ ਕਨਸੈਪਟਸ ਆਫ ਕੈਮਿਸਟਰੀ। ਬੇਸਿਕ ਕਨਸੈਪਟ ਆਫ ਕੈਮਿਸਟਰੀ ਇਹ ਜਿਹੜਾ ਚੈਪਟਰ ਹੈ ਬੇਸਿਕਲੀ ਕੈਮਿਸਟਰੀ ਦੀ ABC ਦੇ ਨਾਲ ਰਿਲੇਟਡ ਹੈ। ਸੋ ਇਸ ਚੈਪਟਰ ਦੇ ਵਿੱਚ ਆਪਾਂ ਕੈਮਿਸਟਰੀ ਦੇ ਨਾਲ ਰਿਲੇਟਡ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਹੈ ਉਹ ਡਿਸਕਸ ਕਰਨੀਆਂ ਹੈ। ਸੋ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਚੀਜ਼ ਮੈਂ ਡਿਸਕਸ ਕਰਨੀ ਚਾਹਾਂਗੀ, ਜੇ ਅਸੀਂ ਕੈਮਿਸਟਰੀ ਪੜ੍ਹਨ ਲੱਗੇ ਤਾਂ ਸਾਨੂੰ ਕੈਮਿਸਟਰੀ ਦੀ ਬੇਸਿਕ ਡੈਫੀਨੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ। Chemistry is that branch of science which deals with the composition, structure and properties of matter and the changes which matter undergoes under different conditions. So what is the chemistry? Chemistry is that branch of science which deals with the study of matter. Matter mean to say chemistry science ਦੀ ਉਹ ਸ਼ਾਖਾ ਹੈ ਜਿਹਦੇ 'ਚ ਅਸੀਂ ਪਦਾਰਥ ਬਾਰੇ ਪੜ੍ਹਦੇ ਹਾਂ। ਸੋ ਅਸੀਂ ਇਹਦੇ ਵਿੱਚ ਇਹ ਪੜ੍ਹਦੇ ਹਾਂ ਕਿ ਪਦਾਰਥ ਦੀ ਕੰਪੋਜੀਸ਼ਨ ਕੀ ਹੈ। ਇੱਥੇ ਜਿਹੜਾ ਮੈਟਰ ਵਰਡ ਹੈ ਉਹ ਕਾਹਦੇ ਵਾਸਤੇ ਯੂਜ਼ ਕੀਤਾ ਗਿਆ? ਪਦਾਰਥ ਵਾਸਤੇ ਯੂਜ਼ ਕੀਤਾ ਗਿਆ ਹੈ ਜੀ। ਸੋ ਦੈਟ ਬ੍ਰਾਂਚ ਆਫ ਸਾਇੰਸ ਜਿਹਦੇ ਵਿੱਚ ਅਸੀਂ ਪਦਾਰਥ ਦੀ ਕੰਪੋਜੀਸ਼ਨ ਮਤਲਬ ਬਣਤਰ ਪੜ੍ਹਦੇ ਹਾਂ, ਸਟਰਕਚਰ ਉਹਦੇ ਵਿੱਚ ਉਹਦਾ ਬੇਸਿਕ ਢਾਂਚਾ ਕੀ ਹੈ, ਐਂਡ ਪ੍ਰੋਪਰਟੀਜ਼ ਮਤਲਬ ਜਿਹੜਾ ਵੀ ਪਦਾਰਥ ਹੈਗਾ ਉਹਦੇ ਗੁਣ ਕੀ ਹਨ। ਤੇ ਜੇ ਅਸੀਂ ਪਦਾਰਥ ਨੂੰ ਅਲੱਗ-ਅਲੱਗ ਕੰਡੀਸ਼ਨ ਦੇ ਅੰਡਰ ਰੱਖੀਏ ਤਾਂ ਉਹਦੀ ਅਵਸਥਾ ਦੇ ਵਿੱਚ ਕਿਹੜੀਆਂ ਚੇਂਜਸ ਆਉਂਦੀਆਂ ਨੇ। ਸੋ ਇਸ ਚੈਪਟਰ ਦੇ ਵਿੱਚ ਅਸੀਂ ਕੈਮਿਸਟਰੀ ਨਾਲ ਰਿਲੇਟਡ ਕੁਝ ਬੇਸਿਕ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਸੋ ਸਾਰੇ ਨਾਲੋਂ ਪਹਿਲਾਂ ਆਪਾਂ ਮੈਟਰ ਬਾਰੇ ਪੜਾਂਗੇ। ਮੈਟਰ ਐਕਚੁਅਲੀ ਹੈ ਕੀ ਹੈ? ਮੈਟਰ ਇਜ਼ ਡਿਫਾਈਨਡ ਐਜ਼ anything which occupies space, possesses mass and presence of which can be felt by any one or more of our five senses. ਪਦਾਰਥ ਐਕਚੁਅਲੀ ਕੀ ਹੈ? ਜਿਹੜੀ ਚੀਜ਼ ਜਗ੍ਹਾ ਘੇਰਦੀ ਆ ਔਰ ਜਿਹੜੀ ਚੀਜ਼ ਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਉਸ ਹਰ ਇੱਕ ਚੀਜ਼ ਨੂੰ ਅਸੀਂ ਮੈਟਰ ਕਹਿੰਦੇ ਆ। ਪੰਜਾਬੀ ਦੇ ਵਿੱਚ ਸੌਖੀ ਭਾਸ਼ਾ ਦੇ ਵਿੱਚ ਅਸੀਂ ਉਹਨੂੰ ਕੀਵਰਡ ਯੂਜ਼ ਕਰਾਂਗੇ ਪਦਾਰਥ। ਸੋ ਮੈਟਰ anything which occupies space, which has its own mass and its presence of which can be felt by any one or more of our five senses, ਔਰ ਜਿਨ੍ਹਾਂ ਦੀ ਹੋਂਦ ਜਿਹੜੀ ਹੈ ਸਾਡੀਆਂ ਪੰਜਾਂ ਗਿਆਨ ਇੰਦਰੀਆਂ ਜੋ ਕਿਸੇ ਇੱਕ ਗਿਆਨ ਇੰਦਰੀ ਦੁਆਰਾ ਜ਼ਰੂਰ ਮਹਿਸੂਸ ਕੀਤੀ ਜਾ ਸਕੇ। ਸੋ ਇਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਕਰਨੀ ਹੈ ਦੈਟ ਇਜ਼ ਦ ਕਲਾਸੀਫਿਕੇਸ਼ਨ ਆਫ ਮੈਟਰ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਜਿਹੜਾ ਪਦਾਰਥ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਡਿਵਾਈਡ ਕਰਦੇ ਹਾਂ? So matter can be classified in two ways. First is physical classification and second one is chemical classification. Physical classification, this mode of classification is based upon the physical look or physical appearance of the matter. So on the basis of physical appearance, the matter may be in the form of solid, liquid or maybe in the form of gases. And second mode of classification for the matter is chemical classification. Chemical classification, on the basis of this mode, matter can be classified into two classes: pure substances and mixture. Pure substances, those substances which do not have any type of impurity, मतलब जिस तरह देसी की खालस ਹੁੰਦਾ ਹੈ ਇਸੇ ਤਰ੍ਹਾਂ ਮੈਟਰ ਦਾ ਹੀ ਉਹ ਫਾਰਮ ਜਿਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋਵੇ। ਐਂਡ ਸੈਕਿੰਡ ਫਾਰਮ ਆਫ ਮੈਟਰ ਇਜ਼ ਮਿਕਸਚਰ। ਮਿਕਸਚਰ ਮੀਨ ਟੂ ਸੇ ਦੈਟ ਇਜ਼ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੂੰ ਅਸੀਂ ਮਿਕਸ ਕਰਕੇ ਇੱਕ ਪਦਾਰਥ ਦੀ ਨਵੀਂ ਫਾਰਮ ਨੂੰ ਬਣਾਈਏ। ਸੋ ਪਿਓਰ ਸਬਸਟੈਂਸਸ ਜਿਨ੍ਹਾਂ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਇਹ ਫਰਦਰ ਦੋ ਤਰ੍ਹਾਂ ਦੇ ਹੁੰਦੇ ਆ, ਐਲੀਮੈਂਟ ਐਂਡ ਸੈਕਿੰਡ ਵਨ ਇਜ਼ ਕੰਪਾਊਂਡ। ਸੋ ਐਲੀਮੈਂਟ ਵਿਚ ਇਜ਼ ਦ ਫੰਡਾਮੈਂਟਲ ਯੂਨਿਟ ਜਿਹੜੀ ਕਿ ਕਿਸੇ ਵੀ ਮੈਟਰ ਦੀ ਫੰਡਾਮੈਂਟਲ ਯੂਨਿਟ ਹੈ। ਜਿਸ ਤਰ੍ਹਾਂ ਅਸੀਂ ਇੱਕ ਘਰ ਹੈ, ਘਰ ਦੀ ਫੰਡਾਮੈਂਟਲ ਯੂਨਿਟ ਕੀ ਹੈ? ਬ੍ਰਿਕ ਹੈ। ਜਿਹੜਾ ਘਰ ਹੈ ਉਹ ਬੇਸਿਕ ਯੂਨਿਟ ਬ੍ਰਿਕ ਤੋਂ ਸ਼ੁਰੂ ਹੁੰਦੀ ਹੈ। ਬ੍ਰਿਕਸ ਜੁੜ ਕੇ ਪੂਰੀ ਇੱਕ ਯੂਨਿਟ ਬਣਾਉਂਦੀ ਹੈ ਜਿਹਨੂੰ ਅਸੀਂ ਘਰ ਕਹਿੰਦੇ ਹਾਂ। ਇਸੇ ਤਰ੍ਹਾਂ ਕਿਸੇ ਵੀ ਪਦਾਰਥ ਨੂੰ ਬਣਾਉਣ ਵਾਲੀ ਫੰਡਾਮੈਂਟਲ ਯੂਨਿਟ ਕੀ ਹੈ? ਦੈਟ ਇਜ਼ ਐਲੀਮੈਂਟ। ਸੋ ਐਲੀਮੈਂਟ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਤੱਤ ਕਹਿੰਦੇ ਆ। ਸੋ ਥੀਸ ਐਲੀਮੈਂਟਸ ਕੈਨ ਬੀ ਡਿਵਾਈਡਡ ਇਨਟੂ 3 classes. They may be metals, they may be non-metal, or they may be metalloids. So the second form of the pure substances is the compound. Compound
which are made up of more than one type of elements. So these compounds are of two types based upon their origin. They may be inorganic compound or they may be organic compounds. Similarly, the mixtures are again of two types. One is homogeneous mixture and other one is heterogeneous mixture. All these classes, all these definition I will discuss one by one. So first of all, the definition which I am going to discuss, that is the definition of that is physical mode of classification. According to physical mode of classification, the matter may be of three types: solid, liquid or gas. Solid substances are those substances which have definite shape and they occupy definite volume. So जिन्हां दा आकार ते आयतन दोनों निश्चित होंदे आ. Similarly, the liquid, these are those substances which do not have definite shape but they have definite volume. जिन्हां दा आकार ਤਾਂ ਨਿਸ਼ਚਿਤ ਨਹੀਂ ਹੈਗਾ ਪਰ ਉਹਨਾਂ ਦਾ ਆਇਤਨ ਜਿਹੜਾ ਉਹ ਨਿਸ਼ਚਿਤ ਹੁੰਦਾ ਹੈ. ਸੋ ਇਸ ਕੈਟਾਗਰੀ ਦੇ ਵਿੱਚ ਸਾਡੇ ਕੋਲ ਵਾਟਰ ਆ ਗਿਆ, ਮਿਲਕ ਆ ਗਿਆ. ਜੇ ਅਸੀਂ ਸੋਲਿਡ ਦੀ ਕੈਟਾਗਰੀ ਲਈਏ, ਸੋਲਿਡ ਕੈਟਾਗਰੀ ਦੇ ਵਿੱਚ ਚੇਅਰ, ਟੇਬਲ, ਪੈਨ, ਪੈਨਸਿਲ, all these things are solid in nature. Next is the gaseous substances. Those substances which do not have definite shape as well as definite volume. So ਉਹ ਪਦਾਰਥ ਦਾ ਰੂਪ ਜਿਨ੍ਹਾਂ ਦੇ ਵਿੱਚ ਨਾ ਤਾਂ ਆਕਾਰ ਨਿਸ਼ਚਿਤ ਹੁੰਦਾ ਹੈ ਤੇ ਨਾ ਹੀ ਜਿਨ੍ਹਾਂ ਦਾ ਆਇਤਨ ਨਿਸ਼ਚਿਤ ਹੁੰਦਾ, ਉਹਨਾਂ ਸਾਰੇ ਸਬਸਟੈਂਸਸ ਨੂੰ ਅਸੀਂ ਗੈਸਸ ਦੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ. ਜਿਸ ਤਰ੍ਹਾਂ ਆਕਸੀਜਨ ਹੋਈ, ਨਾਈਟ੍ਰੋਜਨ ਹੋਈ, ਇਹ ਸਾਰੇ ਮਟੀਰੀਅਲ ਸਾਡੇ ਕੋਲ ਕੀ ਹੈ, ਦੇ ਆਲ ਆਰ ਗੈਸਸ. ਹੁਣ ਅਸੀਂ ਜੇ ਕੈਮੀਕਲ ਕਲਾਸੀਫਿਕੇਸ਼ਨ ਬਾਰੇ ਗੱਲ ਕਰੀਏ, ਕੈਮੀਕਲ ਕਲਾਸੀਫਿਕੇਸ਼ਨ ਦੇ ਵਿੱਚ ਜਿਹੜਾ ਮੈਟਰ ਹੈ ਦੋ ਤਰ੍ਹਾਂ ਦਾ ਹੁੰਦਾ ਹੈ: ਪਿਓਰ ਸਬਸਟੈਂਸਸ ਐਂਡ ਸੈਕਿੰਡ ਵਨ ਇਜ਼ ਮਿਕਸਚਰਸ. ਔਰ ਪਿਓਰ ਸਬਸਟੈਂਸਸ ਦੇ ਵਿੱਚ ਸਾਡੇ ਕੋਲ ਦੋ ਕੈਟਾਗਰੀ ਅਸੀਂ ਡਿਵਾਈਡ ਕੀਤੀਆਂ ਸੀ, ਐਲੀਮੈਂਟ ਐਂਡ ਕੰਪਾਊਂਡ. ਹੁਣ ਅਸੀਂ ਡਿਸਕਸ ਕਰਦੇ ਹਾਂ ਵਨ ਬਾਈ ਵਨ ਐਲੀਮੈਂਟਸ. ਵਾਟ ਆਰ ਦ ਐਲੀਮੈਂਟਸ? An element is the pure substances with a definite physical and chemical property and which can neither be broken into nor built from simple substances by any physical and chemical method. So ਇਹ element ਦੀ ਥੋੜੀ ਜੀ difficult ਜੀ definition ਹੈ. According to this definition, element is the purest form of matter which have definite physical and chemical property. Mean to say कि elements ਦੀਆਂ physical ਤੇ chemical properties change ਨਹੀਂ ਹੁੰਦੀਆਂ, which can be neither broken into or nor built from simple substances. ਜਿਨ੍ਹਾਂ ਨੂੰ ਕੁਝ ਸਾਦੇ ਪਦਾਰਥਾਂ ਤੋਂ ਨਾ ਤਾਂ ਬਣਾਉਣਾ ਪੋਸੀਬਲ ਹੈ ਔਰ ਨਾ ਹੀ ਉਹਨਾਂ ਨੂੰ ਕੁਝ ਸਾਦੇ ਪਦਾਰਥਾਂ ਦੇ ਵਿੱਚ ਤੋੜਨਾ ਪੋਸੀਬਲ ਹੈ by any physical and chemical method. ਸਾਦੇ physical ਤੇ chemical method ਦੇ ਥਰੂ ਜਿਹੜੇ elements ਹੈ ਨਾ ਹੀ ਬਣਾਏ ਜਾ ਸਕਦੇ ਹੈ, ਨਾ ਹੀ ਉਹਨਾਂ ਨੂੰ ਤੋੜਨਾ ਪੋਸੀਬਲ ਹੈ. ਹੁਣ ਮੈਂ ਇੱਕ ਸਿੰਪਲ ਜੀ ਡੈਫੀਨੇਸ਼ਨ ਐਲੀਮੈਂਟ ਦੀ ਡਿਸਕਸ ਕਰੂੰਗੀ. ਐਨ ਐਲੀਮੈਂਟ ਇਜ਼ ਡਿਫਾਈਨਡ ਐਜ਼ ਪਿਓਰ ਸਬਸਟੈਂਸਸ ਦੈਟ ਕੰਟੇਨ ਓਨਲੀ ਵਨ ਕਾਈਂਡ ਆਫ ਐਟਮ. ਸੋ ਐਲੀਮੈਂਟ ਪਦਾਰਥ ਦਾ ਉਹ ਸਾਦੇ ਤੋਂ ਸਾਦਾ ਰੂਪ ਹੈ ਜਿਹਦੇ ਵਿੱਚ ਸਿਰਫ ਇੱਕੋ ਹੀ ਤਰ੍ਹਾਂ ਦੇ ਐਟਮ ਪ੍ਰੈਜ਼ੈਂਟ ਹੁੰਦੇ ਨੇ. ਜਿਸ ਤਰ੍ਹਾਂ ਮੈਂ ਐਗਜ਼ਾਮਪਲ ਲਵਾਂ, ਸੋ ਐਲੀਮੈਂਟ ਦੀ ਜੇ ਅਸੀਂ ਐਗਜ਼ਾਮਪਲ ਲਈਏ, ਫੋਰ ਐਗਜ਼ਾਮਪਲ ਕਾਰਬਨ, C. So this is element. Why this carbon is known as element? Because in this substances all the particles are the atoms of carbon. So they are made up of only atoms of carbon. So what are element? This is the purest form of matter which is made up of only one kind of atom. Mean to say, if you will take a piece of element carbon, then you will find all the atoms of carbon in that element. So what is the element? Element is the simplest form of matter which is made up of only one kind of atoms. So element is the simplest form of matter. So these elements are further classified. Further ਇਹਨਾਂ ਦੀ classification ਅਸੀਂ ਕਿੱਦਾਂ ਕਰਦੇ ਹਾਂ. Now the elements are further divided into three types: metals, non-metals and metalloids. Now what are the metals? As you all know, metals have some specific
qualities, some specific character. For example, most probably almost all the metals are solid in nature except mercury, which is in the liquid form at room temperature. All the metals are good conductor of heat and electricity. They are malleable and ductile. Most probably they exist in solid form. And metals have high melting and boiling point. So in case of metal, you can here take the example of copper, silver, gold, tin, etc. So the second category is the non-metals. Non-metal, they all have the character totally different from the characters of metals. Non-metals, they do not have metallic luster. Metals have the luster, but non-metal do not have the metallic luster. Iodine is only one non-metal which have the metallic luster just like the metals. That character of iodine is only due to its larger atomic radii. They are brittle in nature, they are non-malleable and non-ductile, they are poor conductor of heat and electricity, they exist in the solid, liquid or even in the gaseous form. Here we can consider the example of sulfur, phosphorus, iodine, etc. Similarly, metalloids. Metalloids are the elements in these elements are known as borderline elements. ਇਹਨਾਂ ਨੂੰ ਬਾਰਡਰਲਾਈਨ ਐਲੀਮੈਂਟ ਅਸੀਂ ਤਾਂ ਕਹਿੰਦੇ ਆ ਕਿਉਂਕਿ ਇਹ ਮੈਟਲ ਤੇ ਨੌਨ ਮੈਟਲ ਦੇ ਵਿੱਚ ਵਿਚਾਲੇ ਪ੍ਰੈਜ਼ੈਂਟ ਹੈ। ਮੈਟਲਸ ਤੇ ਨੌਨ ਮੈਟਲ ਦੇ ਵਿੱਚ ਵਿਚਾਲੇ ਪ੍ਰੈਜ਼ੈਂਟ ਹੋਣ ਕਰਕੇ ਇਹਨਾਂ ਦੇ ਕੁਝ ਗੁਣ ਮੈਟਲਸ ਦੇ ਨਾਲ ਮਿਲਦੇ ਹੁੰਦੇ ਆ ਔਰ ਕੁਝ ਗੁਣ ਜਿਹੜੇ ਆ ਨੌਨ ਮੈਟਲ ਨਾਲ ਮਿਲਦੇ ਹੁੰਦੇ ਆ। ਦੈਟਸ ਵਾਈ ਥੀਸ ਐਲੀਮੈਂਟਸ ਆਰ ਨੋਨ ਐਜ਼ ਮੈਟਲੋਇਡਸ। So those element which possesses the properties of both metals and non-metals, they are borderline elements between the metals and non-metals. So that's why these elements are known as metalloids. For example, arsenic, antimony, bismuth, all these elements are in the category of metalloids. Next, if we consider the example of compounds, this is the second purest form of matter. First was the elements and the second was compound. Now, what are the compounds? Compounds, a compound is a pure substance containing two or more than two elements combined together in a fixed proportion by weight and can be decomposed into its constituent elements by suitable chemical methods. So what are the compounds? Compounds, this is again the simplest form of the matter, which is made up of more than one kind of elements when these elements combine together in a fixed proportion by weight. ਜਦੋਂ ਦੋ ਜਾਂ ਦੋ ਤੋਂ ਵੱਧ ਤੱਤਾਂ ਨੂੰ ਕਿਸੇ ਨਿਸ਼ਚਿਤ ਅਨੁਪਾਤ ਦੇ ਵਿੱਚ ਮਿਲਾਇਆ ਜਾਵੇ ਤਦ ਸਾਡੇ ਕੋਲ ਪਦਾਰਥ ਦੀ ਜਿਹੜੀ ਫਾਰਮ ਬਣਦੀ ਆ ਉਸ ਫਾਰਮ ਨੂੰ ਅਸੀਂ ਕੰਪਾਊਂਡ ਕਹਿੰਦੇ ਆ। ਇੱਥੇ ਆਪਾਂ ਐਗਜ਼ਾਮਪਲ ਲੈਂਦੇ ਆ ਵਾਟਰ ਦੀ। ਫॉर ਐਗਜ਼ਾਮਪਲ ਵਾਟਰ is a compound. So water ਦੇ ਕੇਸ ਦੇ ਵਿੱਚ ਕਿਹੜੇ ਕਿਹੜੇ ਦੋ ਐਲੀਮੈਂਟ ਸਾਡੇ ਕੋਲ ਪ੍ਰੈਜ਼ੈਂਟ ਹੈ? one element is hydrogen and other element is oxygen. ਔਰ ਜਦੋਂ ਜੇ ਅਸੀਂ ਇਹਦੀ ਸਿੰਪਲੈਸਟ ਰੇਸ਼ੋ ਦੇਖੀਏ, ਹਾਈਡਰੋਜਨ ਦੇ ਇੱਕ ਐਟਮ ਦਾ ਮਾਸ ਇੱਕ ਹੁੰਦਾ ਤੇ ਦੋ ਦਾ ਹੁੰਦਾ ਹੈ 2। ਇਹਦਾ ਮਤਲਬ ਪਾਣੀ ਦੇ ਇੱਕ ਮੋਲੀਕਿਊਲ ਦੇ ਵਿੱਚ 2 ਹਿੱਸੇ ਹਾਈਡਰੋਜਨ ਪ੍ਰੈਜ਼ੈਂਟ ਹੈ ਔਰ ਆਕਸੀਜਨ ਦੇ ਇੱਕ ਐਟਮ ਦਾ ਮਾਸ ਹੁੰਦਾ ਹੈ ਜੀ 16। ਇਹਦਾ ਮਤਲਬ ਵਾਟਰ ਦੇ ਇੱਕ ਮੋਲੀਕਿਊਲ ਦੇ ਵਿੱਚ 16 ਪਾਰਟ ਬਾਈ weight ਸਾਡੇ ਕੋਲ ਕੀ ਪ੍ਰੈਜ਼ੈਂਟ ਹੈ? ਆਕਸੀਜਨ। ਔਰ ਜੇ ਅਸੀਂ ਇਸ ਰੇਸ਼ੋ ਨੂੰ ਸਿੰਪਲੀਫਾਈ ਕਰ ਲਈਏ, ਦ ਰੇਸ਼ੋ ਵਿਲ ਬੀ 1:8, ਮੀਨ ਟੂ ਸੇ ਜਦੋਂ ਹਾਈਡਰੋਜਨ ਤੇ ਆਕਸੀਜਨ ਦਾ ਅਨੁਪਾਤ 1:8 ਰੱਖਿਆ ਜਾਵੇ ਤਦ ਸਾਡੇ ਕੋਲ ਕੰਪਾਊਂਡ ਕਿਹੜਾ ਹੈ? ਦੈਟ ਇਜ਼ ਦਾ ਵਾਟਰ। ਸੋ ਕੰਪਾਊਂਡ ਸਾਡੇ ਕੋਲ ਕਦੋਂ ਬਣਦਾ ਹੈ? ਜਦੋਂ 2 ਜਾਂ 2 ਤੋਂ ਵੱਧ ਤੱਤਾਂ ਨੂੰ ਕਿਸੇ ਫਿਕਸ ਪ੍ਰਪੋਰਸ਼ਨ ਦੇ ਵਿੱਚ ਮਿਕਸ ਕੀਤਾ ਜਾਵੇ ਫਿਰ ਸਾਡੇ ਕੋਲ ਕੀ ਬਣਦੇ ਆ? ਕੰਪਾਊਂਡ। ਔਰ ਜੇ ਅਸੀਂ ਇਸ ਪ੍ਰਪੋਰਸ਼ਨ ਨੂੰ ਫਿਕਸ ਨਾ ਰੱਖੀਏ, ਮੰਨ ਲਓ ਅਸੀਂ ਆਪਣੀ ਮਰਜ਼ੀ ਦੇ ਨਾਲ 4 ਹਿੱਸੇ ਵਿੱਚ ਹਾਈਡਰੋਜਨ ਪ੍ਰੈਜ਼ੈਂਟ ਹੈ, 7 ਹਿੱਸੇ ਵਿੱਚ ਆਕਸੀਜਨ ਪ੍ਰੈਜ਼ੈਂਟ ਹੈ, ਫਿਰ ਇਹ ਸਾਡੇ ਕੋਲ ਕੰਪਾਊਂਡ ਨਹੀਂ ਬਣੂਗਾ। ਕੰਪਾਊਂਡ ਕਦੋਂ ਬਣਨਾ ਹੈ? ਜਦੋਂ ਸਾਡੇ ਕੋਲ ਹਾਈਡਰੋਜਨ ਤੇ ਆਕਸੀਜਨ ਦਾ ਪ੍ਰਪੋਰਸ਼ਨ ਕਿੰਨਾ ਰਹੂਗਾ? 1:8।
ਨੈਕਸਟ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਕਾਰਬਨ ਡਾਈਆਕਸਾਈਡ ਦੀ। ਕਾਰਬਨ ਡਾਈਆਕਸਾਈਡ ਦੇ ਵਿੱਚ ਇਸ ਦੇ ਵਿੱਚ ਦੋ ਐਲੀਮੈਂਟ ਕਿਹੜੇ ਪ੍ਰੈਜ਼ੈਂਟ ਹੈ, ਵਨ ਇਜ਼ ਕਾਰਬਨ ਐਂਡ ਅਦਰ ਵਨ ਇਜ਼ ਆਕਸੀਜਨ। ਸੋ ਕਾਰਬਨ ਡਾਈਆਕਸਾਈਡ ਦੇ ਕੇਸ ਦੇ ਵਿੱਚ 12 ਪਾਰਟ ਬਾਈ weight ਸਾਡੇ ਕੋਲ ਕੀ ਪ੍ਰੈਜ਼ੈਂਟ ਹੈ, ਕਾਰਬਨ ਪ੍ਰੈਜ਼ੈਂਟ ਹੈ, ਐਂਡ 32 ਪਾਰਟ ਬਾਈ weight ਸਾਡੇ ਕੋਲ ਕੀ ਪ੍ਰੈਜ਼ੈਂਟ ਹੈ, ਆਕਸੀਜਨ ਪ੍ਰੈਜ਼ੈਂਟ ਹੈ। ਔਰ ਜੇ ਅਸੀਂ ਇਸ ਰੇਸ਼ੋ ਨੂੰ ਸਿੰਪਲੀਫਾਈ ਕਰੀਏ ਤਾਂ ਸਾਡੇ ਕੋਲ 4 3 12 3:8 ਰੇਸ਼ੋ ਬਣਦੀ ਆ। ਸੋ 3:8 ਰੇਸ਼ੋ, ਜਦੋਂ 3:8 ਫਿਕਸਡ ਰੇਸ਼ੋ ਦੇ ਵਿੱਚ ਅਸੀਂ ਕਾਰਬਨ ਤੇ ਆਕਸੀਜਨ ਨੂੰ ਆਪਸ ਦੇ ਵਿੱਚ ਮਿਕਸ ਕਰਦੇ ਆ ਤਾਂ ਸਾਡੇ ਕੋਲ ਕੰਪਾਊਂਡ ਕੀ ਬਣਦਾ, ਦੈਟ ਇਜ਼ ਕਾਰਬਨ ਡਾਈਆਕਸਾਈਡ। ਸੋ ਮੀਨ ਟੂ ਸੇ ਕੰਪਾਊਂਡ ਬਣਾਉਣ ਲੱਗੇ ਐਲੀਮੈਂਟ ਦਾ ਪ੍ਰਪੋਰਸ਼ਨ ਹਮੇਸ਼ਾ ਫਿਕਸ ਰਹਿੰਦਾ ਹੈ, ਸੋ ਅਕੋਰਡਿੰਗ ਟੂ ਲਾ ਆਫ ਕੌਨਸਟੈਂਟ ਕੰਪੋਜੀਸ਼ਨ। ਲੇਕਿਨ ਜੇ ਇਸ ਅਨੁਪਾਤ ਨੂੰ ਅਸੀਂ ਫਿਕਸ ਨਾ ਰੱਖ ਕੇ ਬਿਨਾਂ ਕਿਸੇ ਅਨੁਪਾਤ ਤੋਂ ਇਹਨਾਂ ਐਲੀਮੈਂਟਸ ਨੂੰ ਆਪਸ ਦੇ ਵਿੱਚ ਮਿਕਸ ਕਰਕੇ ਰੱਖੀਏ, ਫਿਰ ਸਾਡੇ ਕੋਲ ਕੰਪਾਊਂਡ ਨਹੀਂ ਬਣਨਗੇ, ਤਾਂ ਸਾਡੇ ਕੋਲ ਕੀ ਬਣਨਗੇ, ਮਿਕਸਚਰਸ, ਜੇ ਇਹਨਾਂ ਦੀ ਜਿਹੜੀ ਪ੍ਰਪੋਰਸ਼ਨ ਹੈ, ਰੇਸ਼ੋ ਹੈ, ਉਹ ਫਿਕਸ ਨਾ ਰਵੇ। ਸੋ ਨੈਕਸਟ ਇਜ਼ ਕੰਪਾਊਂਡ। ਸਾਡੇ ਕੋਲ ਟਾਈਪਸ ਆਫ ਕੰਪਾਊਂਡਸ ਆਰ ਆਫ ਟੂ ਟਾਈਪਸ। So one is organic compounds. Organic compound which can be obtained from plants and animals. So which can be obtained from living organisms. Those compounds are known as the organic compound. For example, protein, oil, fat. All these compounds are actually organic compound. Methane, ethane, all these compounds are actually organic compound. Inorganic compounds, these are the compound which can be obtained from minerals and rocks. Mean to say those compound which can be obtained from non-living sources. For example, common salt, sodium chloride, this is an inorganic compound. Washing soda, which is sodium carbonate, this is again an inorganic compound. Baking soda, which is sodium bicarbonate, this is again an inorganic compound. Similarly, marble, which is calcium carbonate, it is again an inorganic compound. So what are the inorganic compound? Those compounds which can be obtained from non-living sources. So these compounds are known as inorganic compounds. So this is all about the compounds. Next is we will discuss about the mixture. What are the mixture? Mixture is the combination of two or more elements or compounds in any proportion. A mixture can be prepared into its a mixture can be separated into its constituents by simple physical methods. So ਜਦੋਂ ਦੋ ਜਾਂ ਦੋ ਤੋਂ ਵੱਧ ਤੱਤਾਂ ਨੂੰ ਜਾਂ ਯੌਗਿਕਾਂ ਨੂੰ ਕਿਸੇ ਅਨਿਸ਼ਚਿਤ ਅਨੁਪਾਤ ਦੇ ਵਿੱਚ ਅਸੀਂ ਮਿਕਸ ਕਰ ਦਈਏ ਤਦ ਸਾਡੇ ਕੋਲ ਪਦਾਰਥ ਦੀ ਜਿਹੜੀ ਅਵਸਥਾ ਬਣਦੀ ਹੈ ਉਹਨੂੰ ਅਸੀਂ ਮਿਕਸਚਰ ਕਹਿੰਦੇ ਆ। ਮਿਕਸਚਰ ਜਿਸ ਤਰ੍ਹਾਂ ਤੁਸੀਂ ਰੇਤ ਦੇ ਵਿੱਚ ਪਾਣੀ ਪਾ ਦਿਓ, ਦੈਟ ਇਜ਼ ਅਗੇਨ ਏ ਮਿਕਸਚਰ। ਪਾਣੀ ਦੇ ਵਿੱਚ ਤੇਲ ਪਾ ਦਿਓ, ਇਟ ਇਜ਼ ਅਗੇਨ ਏ ਮਿਕਸਚਰ, ਠੀਕ, ਰਾਈਟ। ਸੋ ਮਿਕਸਚਰ ਆਰ ਫਰਦਰ ਆਫ two types, homogeneous mixture and heterogeneous mixture. Homogeneous mixture which has only one phase. For example, when you mix alcohol in water, so there will be only one phase. That's why this mixture is known as the homogeneous mixture. If you will mix sugar in water, then again you will get only one phase. Then this mixture will also be homogeneous in nature. Heterogeneous mixture, when there will a mixture is said to be heterogeneous if its composition is not uniform. Mean to say there will be more than one phases. For example, oil in water, so you can see two phases, one layer is of oil and other layer is of water. Similarly, sand and sugar, so here you can also see two type of things, one is sand and other one is sugar. They both are heterogeneous in nature and they will not mix with each other properly. Sand in water, so you can see here two phases. Sand has different nature and water has different nature, so you can clearly see the boundary of separation between these substances. Some common examples of mixture, if you will take the examples of mixture, for example, alloys. Alloys, this is again homogeneous solid mixture. Air is again a mixture. Iodized table salt, it is again a mixture. Smoke, it is again a mixture. Gunpowder, it is again a mixture. Milk,
it is again a mixture. Tap water, it is again a mixture. Brine solution, it is again a mixture. Brine solution mean to say this is the solution of common salt. So out of these mixtures, some mixtures are homogeneous in nature and other one are heterogeneous in nature. For example, alloy, this is the example of homogeneous solid mixture. Air, this is again a homogeneous mixture. Iodized table salt, it is again a homogeneous mixture. Smoke, smoke is the example of heterogeneous mixture. Then gunpowder is again the example of heterogeneous mixture. Milk, this is again the example of heterogeneous mixture. Tap water, this is the homogeneous mixture. Brine solution, this is the homogeneous mixture. So this is the third form of matter, which is mixture. Now here is the question, write the differences between compound and mixture, how you can differentiate mixture from compound. So these are the points of difference between mixture and compounds. The constituent of mixture may be present in any ratio. ਮਤਲਬ ਜਦੋਂ ਅਸੀਂ ਮਿਕਸਚਰ ਬਣਾਉਂਦੇ ਆ ਉਹਨੂੰ ਬਣਾਉਣ ਵਾਲੇ ਜਿਹੜੇ ਪਦਾਰਥ ਹੈ ਉਹਨਾਂ ਦੀ ਰੇਸ਼ੋ ਜਿਹੜੀ ਉਹ ਫਿਕਸ ਨਹੀਂ ਹੁੰਦੀ. ਦ ਕਨਸਟੀਟਿਊਐਂਟ ਆਫ ਕੰਪਾਊਂਡ ਆਰ ਆਲਵੇਜ਼ ਪ੍ਰੈਜ਼ੈਂਟ ਇਨ ਫਿਕਸ ਰੇਸ਼ੋ, ਲੇਕਿਨ ਉਹਦੇ ਕੰਪੈਰੇਟਿਵਲੀ ਕੰਪਾਊਂਡ ਬਣਾਉਣ ਵਾਲੇ ਕੰਪੋਨੈਂਟ ਦੀ ਰੇਸ਼ੋ ਹਮੇਸ਼ਾ ਫਿਕਸ ਰਹਿੰਦੀ ਆ. ਮਿਕਸਚਰ ਮੇ ਔਰ ਮੇ ਨਾਟ ਵੀ ਹੋਮੋਜੀਨੀਅਸ ਇਨ ਨੇਚਰ, ਜ਼ਰੂਰੀ ਨਹੀਂ ਕਿ ਮਿਕਸਚਰ ਹੋਮੋਜੀਨੀਅਸ ਹੀ ਹੋਣ, ਇਹ ਹੈਟਰੋਜੀਨੀਅਸ ਵੀ ਹੋ ਸਕਦੇ ਆ. ਲੇਕਿਨ ਜਿਹੜੇ ਕੰਪਾਊਂਡ ਹੈ, ਕੰਪਾਊਂਡ ਆਰ ਆਲਵੇਜ਼ ਹੋਮੋਜੀਨੀਅਸ ਇਨ ਨੇਚਰ, ਕੰਪਾਊਂਡ ਹਮੇਸ਼ਾ ਹੋਮੋਜੀਨੀਅਸ ਨੇਚਰ ਦੇ ਹੀ ਹੁੰਦੇ ਆ. ਨੈਕਸਟ ਅਗਲਾ ਪੁਆਇੰਟ ਆਫ ਡਿਫਰੈਂਸ, ਦ ਮੈਲਟਿੰਗ point and boiling point of mixture are usually not sharp. ਮਿਕਸਚਰ ਦਾ ਮੈਲਟਿੰਗ ਬੋਇਲਿੰਗ ਪੁਆਇੰਟ ਸ਼ਾਰਪ ਨਹੀਂ ਹੁੰਦਾ. ਸ਼ਾਰਪ ਮੀਨ ਟੂ ਸੇ ਇੱਕੋ ਦਮ ਇਹ ਜਿਹੜਾ ਸਾਡੇ ਕੋਲ ਮਟੀਰੀਅਲ ਹੈ ਉਹ ਮੈਲਟ ਨਹੀਂ ਹੁੰਦਾ, ਬਿਕੋਜ਼ ਇਹਦੇ 'ਚ ਪ੍ਰੈਜ਼ੈਂਟ ਅਲੱਗ-ਅਲੱਗ ਕੰਪੋਨੈਂਟ ਦੇ ਮੈਲਟਿੰਗ ਪੁਆਇੰਟ ਵੀ ਅਲੱਗ-ਅਲੱਗ ਹੋਣਗੇ. ਇਹ ਇਮੀਡੀਏਟਲੀ ਆਪਣੀ ਫਾਰਮ ਨੂੰ ਚੇਂਜ ਨਹੀਂ ਕਰਦਾ. ਦ ਕੰਪਾਊਂਡ ਪੋਜੈਸਿਸ ਸ਼ਾਰਪ ਮੈਲਟਿੰਗ ਪੁਆਇੰਟ, ਲੇਕਿਨ ਇਹਦੇ ਕੰਪੈਰੇਟਿਵਲੀ ਜਿਹੜਾ ਕੰਪਾਊਂਡ ਹੈ ਉਹਦਾ ਮੈਲਟਿੰਗ ਪੁਆਇੰਟ ਸ਼ਾਰਪ ਹੁੰਦਾ. ਮਿਕਸਚਰ ਆਰ ਫਾਰਮਡ ਐਜ਼ ਅ ਰਿਜ਼ਲਟ ਆਫ ਫਿਜ਼ੀਕਲ ਚੇਂਜਸ. ਮਿਕਸਚਰ ਜਦੋਂ ਬਣਦਾ ਹੈ, ਜਿਹੜਾ ਵੀ ਪਦਾਰਥ ਨੇ ਮਿਕਸਚਰ ਬਣਾਇਆ ਉਹਨਾਂ ਦੀ ਕੈਮੀਕਲ ਕੰਪੋਜੀਸ਼ਨ ਦੇ ਵਿੱਚ ਕੋਈ ਵੀ ਫਰਕ ਨਹੀਂ ਆਉਂਦਾ. ਕੰਪਾਊਂਡ ਆਰ ਫਾਰਮਡ ਐਜ਼ ਅ ਰਿਜ਼ਲਟ ਆਫ ਕੈਮੀਕਲ ਚੇਂਜਸ, ਲੇਕਿਨ ਜਦੋਂ ਕੰਪਾਊਂਡ ਬਣਦੇ ਆ ਤਦ ਪਦਾਰਥ ਦੀ ਕੈਮੀਕਲ ਨੇਚਰ ਜਿਹੜੀ ਹੈ ਟੋਟਲੀ ਚੇਂਜ ਹੋ ਜਾਂਦੀ ਹੈ. ਫੋਰ ਐਗਜ਼ਾਮਪਲ ਅਸੀਂ ਵਾਟਰ ਬਣਾਇਆ, ਵਾਟਰ ਦੇ ਵਿੱਚ ਦੋ ਐਲੀਮੈਂਟ ਕਿਹੜੇ ਆ, ਹਾਈਡਰੋਜਨ ਤੇ ਆਕਸੀਜਨ. ਲੇਕਿਨ ਹਾਈਡਰੋਜਨ ਤੇ ਆਕਸੀਜਨ ਵਾਟਰ ਬਣਨ ਤੋਂ ਪਹਿਲਾਂ ਦੋਨੋਂ ਗੈਸਾਂ ਹੁੰਦੀਆਂ ਹੈ, ਲੇਕਿਨ ਜਦੋਂ ਵਾਟਰ ਬਣ ਜਾਂਦਾ ਹੈ ਉਸ ਤੋਂ ਬਾਅਦ ਦੋਨਾਂ ਦੀ ਨੇਚਰ ਗੈਸਿਸ ਫਾਰਮ ਤੋਂ ਚੇਂਜ ਹੋ ਕੇ ਲਿਕੁਇਡ ਫਾਰਮ ਬਣ ਜਾਂਦੀ ਆ. ਦ ਪ੍ਰੋਪਰਟੀਜ਼ ਆਫ ਮਿਕਸਚਰ ਆਰ ਮਿਡਵੇ ਬਿਟਵੀਨ ਦੋਜ਼ ਆਫ ਕਨਸਟੀਟਿਊਐਂਟਸ. ਮਿਕਸਚਰ ਦੀਆਂ ਪ੍ਰੋਪਰਟੀ ਉਹਨੂੰ ਬਣਾਉਣ ਵਾਲੇ ਕੰਪੋਨੈਂਟਸ ਦੇ ਨਾਲ ਜ਼ਿਆਦਾ ਵੇਰੀ ਨਹੀਂ ਕਰਦੀਆਂ. The properties of compound are entirely different from those of its constituent. ਲੇਕਿਨ ਜਦੋਂ ਕੋਈ ਦੋ ਪਦਾਰਥ ਆਪਸ ਦੇ ਵਿੱਚ ਮਿਕਸ ਹੋ ਕੇ ਕੰਪਾਊਂਡ ਬਣਾਉਣਗੇ, ਉਹਨਾਂ ਦੇ ਜਿਹੜੇ ਗੁਣ ਹੈ ਟੋਟਲੀ ਉਹਨਾਂ ਨੂੰ ਬਣਾਉਣ ਵਾਲੇ ਕੰਪੋਨੈਂਟ ਤੋਂ ਵੱਖਰੇ ਹੋ ਜਾਂਦੇ ਆ. ਜਿਸ ਤਰ੍ਹਾਂ ਮੈਂ ਪਹਿਲਾਂ ਐਗਜ਼ਾਮਪਲ ਲਿੱਤੀ ਹੈ ਕਿ ਜਦੋਂ ਅਸੀਂ ਵਾਟਰ ਬਣਾਉਂਦੇ ਆ, ਹਾਈਡਰੋਜਨ ਐਂਡ ਆਕਸੀਜਨ ਪਹਿਲਾਂ ਇਨੀਸ਼ੀਅਲੀ ਗੈਸਿਸ ਹੁੰਦੀਆਂ, ਲੇਕਿਨ ਵਾਟਰ ਬਣਨ ਤੋਂ ਬਾਅਦ ਇਹਨਾਂ ਦੀ ਨੇਚਰ ਜਿਹੜੀ ਆ ਉਹ ਟੋਟਲੀ ਚੇਂਜ ਹੋ ਜਾਂਦੀ ਹੈ. ਗੈਸਿਸ ਫਾਰਮ ਤੋਂ ਇਹ ਜਿਹੜੇ ਆ ਲਿਕੁਇਡ ਫਾਰਮ ਦੇ ਵਿੱਚ ਚੇਂਜ ਹੋ ਜਾਂਦੇ ਆ. ਸੋ ਸਟੂਡੈਂਟਸ, ਹਜੇ ਤੱਕ ਆਪਾਂ ਜਿੰਨਾ ਵੀ ਟੌਪਿਕ ਡਿਸਕਸ ਕੀਤਾ ਹੈ ਇਹਦੇ 'ਚੋਂ ਕੁਝ ਇੰਪੋਰਟੈਂਟ ਕੁਐਸਚਨ ਜਿਹੜੇ ਆ ਉਹ ਬਣਦੇ ਆ, ਉਹ ਕੁਐਸਚਨ ਆਪਾਂ ਨੋਟ ਕਰ ਲਈਏ. ਫਸਟ ਕੁਐਸਚਨ ਜਿਹੜਾ ਆਪਾਂ ਇਸ ਟੌਪਿਕ ਦੇ ਵਿੱਚੋਂ ਡਿਸਕਸ ਕਰ ਸਕਦੇ ਹਾਂ, ਦੈਟ ਇਜ਼ ਡਿਫਾਈਨ ਮੈਟਰ and write its classification. And second question ਜਿਹੜਾ ਆਪਾਂ ਇਸ ਟੌਪਿਕ ਦੇ ਵਿੱਚੋਂ ਡਿਸਕਸ ਕਰ ਸਕਦੇ ਹਾਂ, there are few definitions. Define the following terms. For example, you may define element. Second one is compound, and third one is metal, non-metal, and metalloids. And here you can also discuss the definition of mixtures, and third question is the
write the differences between ਸੋ ਦੋ ਤਿੰਨ ਤਰ੍ਹਾਂ ਦੇ ਡਿਫਰੈਂਸਿਸ ਜਿਹੜੇ ਇਹਦੇ ਵਿੱਚੋਂ ਨਿਕਲ ਸਕਦੇ ਆ ਫਸਟ ਡਿਫਰੈਂਸ ਯੂ ਮੇ ਰਾਈਟ ਦ ਡਿਫਰੈਂਸਿਸ ਬਿਟਵੀਨ ਮੈਟਲਸ ਐਂਡ non metals, and second one is compound and mixture, and third you may also write the difference between homogeneous and heterogeneous mixture. So in the first part of this lecture we discuss about the matter and its classification. Thank you students, thank you very much.